ਮੇਰਾ ਨਾਮ ਸ਼ਿਵਾਨੀ ਹੈ ਅਤੇ ਮੇਰੀ ਉਮਰ 25 ਸਾਲ ਹੈ। ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ। ਪਤਾ ਨਹੀਂ ਕਿ ਮੈਨੂੰ ਸ਼ਾਂਤੀ ਕਿਵੇਂ ਮਿਲੇਗੀ। ਜੋ ਮੈਂ ਦੇਖਿਆ ਕਿ ਇਹ ਸੱਚ ਸੀ ਕਿ ਇਸੇ ਕਰਕੇ ਰੋਹਨ ਨੇ ਅੱਜ ਤੱਕ ਮੈਨੂੰ ਬੇਸਮੈਂਟ ਵਿੱਚ ਨਹੀਂ ਜਾਣ ਦਿੱਤਾ। ਮੈਂ ਹੁਣ ਕੀ ਕਰਾਂ, ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਡਰ ਅਤੇ ਦਹਿਸ਼ਤ ਕਾਰਨ ਮੇਰਾ ਬੁਰਾ ਹਾਲ ਸੀ। ਫਿਰ ਮੈਂ ਉੱਥੋਂ ਜਾਣ ਲੱਗੀ। ਜੇਕਰ ਰੋਹਨ ਨੇ ਮੈਨੂੰ ਦੇਖ ਲਿਆ, ਇਹ ਸੋਚ ਕੇ ਮੈਂ ਆਪਣੇ ਕਮਰੇ ਵੱਲ ਭੱਜੀ ਅਤੇ ਕਮਰੇ ਵਿੱਚ ਆ ਕੇ ਮੈਨੂੰ ਆਪਣੀ ਬੇਬਸੀ ਮਹਿਸੂਸ ਹੋਣ ਲੱਗੀ। ਕਿਸਮਤ ਮੈਨੂੰ ਇੱਕ ਵਾਰ ਫਿਰ ਉਸੇ ਮੋੜ 'ਤੇ ਲੈ ਆਈ ਸੀ ਜਿੱਥੋਂ ਮੈਂ ਨਿਕਲਣ ਲਈ ਬਹੁਤ ਯਤਨ ਕੀਤੇ ਸਨ। ਕਿਵੇਂ ਮੈਂ ਰੋਹਨ ਨੂੰ ਮਿਲੀ ਸੀ ਅਤੇ ਕਿਵੇਂ ਮੈਂ ਉਸ ਦਾ ਪਿਆਰ ਅਤੇ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਈ ਸੀ। ਅਤੇ ਅੱਜ ਇਹ ਸਭ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਸਭ ਕੁਝ ਖਤਮ ਹੋ ਰਿਹਾ ਹੈ। ਇਹ 3 ਸਾਲ ਪਹਿਲਾਂ ਹੋਇਆ ਸੀ ਜਦੋਂ ਮੈਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਸੀ ਅਤੇ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਮੈਂ ਤਾਂ ਰੱਬ ਨੂੰ ਵੀ ਮੂੰਹ ਦਿਖਾਉਣਾ ਹੈ, ਇਸੇ ਲਈ ਮੈਂ ਸਭ ਕੁਝ ਬਰਦਾਸ਼ਤ ਕਰਦੀ ਆ ਰਹੀ ਸੀ। ਮੈਂ ਇੱਕ ਕਰੋੜਪਤੀ ਪਿਤਾ ਦੀ ਧੀ ਸੀ ਅਤੇ ਜੋ ਮੈਂ ਚਾਹੁੰਦੀ ਸੀ ਉਹ ਹਾਸਲ ਕਰ ਸਕਦੀ ਸੀ। ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਨੌਕਰ ਚਾਕਰ ਹਰ ਵੇਲੇ ਮੇਰੇ ਅੱਗੇ ਪਿੱਛੇ ਰਹਿੰਦੇ ਸਨ। ਹਰ ਸਾਲ ਪਿਤਾ ਜੀ ਮੈਨੂੰ ਨਵੇਂ ਮਾਡਲ ਦੀ ਕਾਰ ਗਿਫਟ ਕਰਦੇ ਸੀ। ਮੇਰੀ ਅਲਮਾਰੀ ਦੁਨੀਆ ਭਰ ਦੇ ਮਹਿੰਗੇ ਅਤੇ ਬ੍ਰਾਂਡਡ ਕੱਪੜੇ ਅਤੇ ਚੀਜ਼ਾਂ ਨਾਲ ਭਰੀ ਰਹਿੰਦੀ ਸੀ। ਉਹਨਾਂ ਨੂੰ ਇੱਕ ਵਾਰ ਪਹਿਨਣ ਤੋਂ ਬਾਅਦ ਮੈਂ ਦੂਜੀ ਵਾਰ ਛੂਹਿਆ ਵੀ ਨਹੀਂ ਕਰਦੀ ਸੀ। ਪਰ ਫਿਰ ਵੀ ਮੈਂ ਖੁਸ਼ ਨਹੀਂ ਸੀ ਕਿਉਂਕਿ ਮੇਰੀ ਸਭ ਤੋਂ ਚੰਗੀ ਦੋਸਤ ਪੂਜਾ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਸ਼ਿਵਾਨੀ, ਤੁਸੀਂ ਬਹੁਤ ਬੇਕਾਰ ਹੋ। ਜੇ ਮੇਰੇ ਕੋਲ ਇੰਨੀ ਦੌਲਤ ਹੁੰਦੀ ਤਾਂ ਮੈਂ ਖੁਸ਼ੀ ਨਾਲ ਮਰ ਜਾਂਦੀ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੱਸ ਪੈਂਦੀ। ਤੈਨੂੰ ਕੀ ਪਤਾ, ਪੈਸੇ ਨਾਲ ਖੁਸ਼ੀ ਨਹੀਂ ਮਿਲਦੀ। ਪਰ ਉਹ ਮੇਰੀ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਕਿ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੀ ਸੀ। ਗਾਰਡ ਮੇਰੇ ਆਲੇ ਦੁਆਲੇ ਘੁੰਮਦੇ ਰਹਿੰਦੇ ਸੀ। ਮੈਂ ਯੂਨੀਵਰਸਿਟੀ ਵੀ ਗਾਰਡ ਨਾਲ ਹੀ ਜਾਂਦੀ ਹੁੰਦੀ ਸੀ। ਮੇਰੀ ਜਮਾਤ ਵਿੱਚ ਵੀ ਇੱਕ ਗਾਰਡ ਮੌਜੂਦ ਰਹਿੰਦਾ ਸੀ। ਕੋਈ ਵੀ ਦੋਸਤ ਮੇਰੇ ਨੇੜੇ ਆਉਣ ਤੋਂ ਪਹਿਲਾਂ 1000 ਵਾਰ ਸੋਚਦਾ ਸੀ। ਇਸ ਲਈ ਇੰਨੀ ਦੌਲਤ ਹੋਣ ਦੇ ਬਾਵਜੂਦ ਮੈਂ ਦਮ ਘੁੱਟਣ ਵਾਲੀ ਜ਼ਿੰਦਗੀ ਜੀ ਰਹੀ ਸੀ। ਇੱਕ ਦਿਨ ਮੇਰੀ ਮੁਲਾਕਾਤ ਅਜੇ ਨਾਮ ਦੇ ਇੱਕ ਲੜਕੇ ਨਾਲ ਹੋਈ ਜੋ ਬਹੁਤ ਸੁੰਦਰ ਸੀ। ਉਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ। ਜਦੋਂ ਉਹ ਮੁਸਕਰਾਉਂਦਾ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਰ ਥਾਂ ਫੁੱਲ ਖਿੜ ਗਏ ਹੋਣ। ਜਦੋਂ ਉਹ ਗੱਲ ਕਰਦਾ ਸੀ ਮਹਿਕ ਫੈਲਾਉਣ ਲੱਗ ਪੈਂਦਾ ਸੀ। ਮੈਂ ਪਹਿਲੀ ਨਜ਼ਰ ਵਿੱਚ ਹੀ ਆਪਣਾ ਦਿਲ ਉਸ ਨੂੰ ਦੇ ਦਿੱਤਾ ਸੀ। ਉਸ ਦੀ ਆਵਾਜ਼ ਦਾ ਜਾਦੂ ਮੇਰੇ ਅੰਦਰ ਨਵਾਂ ਜੋਸ਼ ਜਗਾਉਣ ਲੱਗਾ। ਪਰ ਹੁਣ ਮੈਂ ਕੀ ਕਰਦੀ? ਉਹ ਮੇਰੇ ਵੱਲ ਦੇਖਦਾ ਵੀ ਨਹੀਂ ਸੀ ਅਤੇ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ। ਅੱਜ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ ਕਿ ਕੋਈ ਸ਼ਿਵਾਨੀ ਨੂੰ ਨਜ਼ਰ ਅੰਦਾਜ਼ ਕਰ ਸਕੇ। ਮੈਂ ਸਿਰਫ ਅਮੀਰ ਹੀ ਨਹੀਂ ਸਗੋਂ ਬਹੁਤ ਸੁੰਦਰ ਵੀ ਸੀ। ਯੂਨੀਵਰਸਿਟੀ ਦਾ ਹਰ ਮੁੰਡਾ ਮੇਰੇ ਤੇ ਮਰਦਾ ਸੀ ਪਰ ਉਹਨਾਂ ਵਿੱਚ ਮੇਰੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਜਦੋਂ ਤੱਕ ਮੈਂ ਖੁਦ ਕਿਸੇ ਨਾਲ ਗੱਲ ਨਹੀਂ ਕਰਦੀ, ਕੋਈ ਮੇਰੇ ਨੇੜੇ ਆਉਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਪਰ ਇਸ ਵਾਰ ਮਾਮਲਾ ਬਹੁਤ ਵੱਖਰਾ ਸੀ। ਅਜੇ ਨੂੰ ਪ੍ਰਾਪਤ ਕਰਨਾ ਮੇਰਾ ਉਦੇਸ਼ ਬਣ ਗਿਆ ਸੀ। ਉਸ ਦਾ ਪਿਆਰ ਮੇਰੀ ਰੂਹ ਤੱਕ ਪਹੁੰਚ ਗਿਆ ਸੀ ਪਰ ਉਹ ਹਮੇਸ਼ਾ ਮੇਰੇ ਤੋਂ ਦੂਰ ਰਹਿੰਦਾ ਸੀ। ਇੱਕ ਦਿਨ ਮੌਕਾ ਮਿਲਦਿਆਂ ਹੀ ਮੈਂ ਉਸ ਨੂੰ ਆਪਣੇ ਘਰ ਇੱਕ ਪਾਰਟੀ ਵਿੱਚ ਬੁਲਾਇਆ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ ਅਤੇ ਕਹਿਣ ਲੱਗਾ, ਸ਼ਿਵਾਨੀ ਜੀ, ਮੇਰੀ ਤਾਂ ਤੁਹਾਡੇ ਨਾਲ ਇੰਨੀ ਗੱਲਬਾਤ ਵੀ ਨਹੀਂ, ਤਾਂ ਤੁਸੀਂ ਮੈਨੂੰ ਆਪਣੀ ਨਿੱਜੀ ਪਾਰਟੀ ਵਿੱਚ ਕਿਉਂ ਬੁਲਾਇਆ? ਉਸ ਦੀ ਆਵਾਜ਼ ਵਿੱਚ ਥੋੜਾ ਜਿਹਾ ਗੁੱਸਾ ਵੀ ਸੀ ਪਰ ਮੈਂ ਹਾਰ ਨਹੀਂ ਮੰਨਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਨੂੰ ਪਾਰਟੀ ਵਿੱਚ ਆਉਣ ਲਈ ਕਿਹਾ। ਜੇ ਤੁਸੀਂ ਨਹੀਂ ਆਏ ਤਾਂ ਮੈਂ ਪਾਰਟੀ ਰੱਦ ਕਰ ਦਿਆਂਗੀ। ਮੈਂ ਮੁਸਕਰਾ ਕੇ ਧਮਕੀ ਦਿੱਤੀ ਤੇ ਉਹ ਵੀ ਪਹਿਲੀ ਵਾਰ ਮੈਨੂੰ ਦੇਖ ਕੇ ਮੁਸਕਰਾਇਆ ਤੇ ਕਿਹਾ, ਮੈਂ ਆ ਜਾਵਾਂਗਾ। ਉਹ ਦਿਨ ਮੇਰੇ ਲਈ ਬਹੁਤ ਖਾਸ ਸੀ। ਨਾ ਜਾਣੇ ਮੈਂ ਕਿੰਨੇ ਲੰਬੇ ਸਮੇਂ ਤੋਂ ਆਪਣੇ ਲਈ ਡਰੈਸ ਚੁਣ ਰਹੀ ਸੀ। ਜਦੋਂ ਮੇਰੀ ਖਾਸ ਨੌਕਰਾਣੀ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਿਹਾ, ਦੀਦੀ, ਤੁਹਾਡੇ ਤੇ ਹਰ ਰੰਗ ਜੱਚ ਜਾਂਦਾ ਹੈ। ਫਿਰ ਤੁਸੀਂ ਇੰਨੀ ਚਿੰਤਾ ਕਿਉਂ ਕਰਦੇ ਹੋ? ਉਹ ਮੇਰੇ ਖਿਲਾਰੇ ਹੋਏ ਕਮਰੇ ਨੂੰ ਸਾਫ਼ ਕਰ ਰਹੀ ਸੀ। ਮੈਂ ਖੁਸ਼ੀ ਨਾਲ ਉਸ ਨੂੰ ਕਿਹਾ, ਕੌਣ ਜਾਣਦਾ ਹੈ ਕਿ ਅੱਜ ਕੌਣ ਆ ਰਿਹਾ ਹੈ? ਪਾਰਟੀ ਵਿੱਚ ਉਹ ਮੇਰੇ ਵੱਲ ਹੈਰਾਨੀ ਨਾਲ ਦੇਖਦੀ ਰਹੀ। ਪੁੱਛਣ ਲੱਗੀ ਕਿ ਪ੍ਰਧਾਨ ਮੰਤਰੀ ਤੁਹਾਡੀ ਪਾਰਟੀ ਵਿੱਚ ਆ ਰਹੇ ਹਨ? ਮੈਂ ਆਪਣਾ ਸਿਰ ਫੜ ਕੇ ਕਿਹਾ, ਪਾਗਲ, ਕੀ ਮੈਂ ਉਸ ਲਈ ਇੰਨਾ ਤਿਆਰ ਹੋਵਾਂਗੀ? ਪਿੰਕੀ ਨਾਲ ਮੇਰੀ ਬਹੁਤ ਦੋਸਤੀ ਸੀ। ਉਹ ਮੇਰੀ ਸਹਿਕਰਮੀ ਸੀ
ਅਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ। ਅੱਜ ਵੀ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਪਿੰਕੀ ਤਾਂ ਮੇਰੇ ਨਾਲੋਂ ਵੱਧ ਉਤਾਵਲੀ ਹੋ ਰਹੀ ਸੀ। ਇਹ ਪਾਰਟੀ ਅਜੇ ਨਾਲ ਗੱਲਬਾਤ ਵਧਾਉਣ ਦਾ ਇੱਕ ਬਹਾਨਾ ਸੀ ਅਤੇ ਮੈਂ ਇਸ ਵਿੱਚ ਸਫਲ ਹੋ ਗਈ ਸੀ। ਅੱਜ ਮੈਂ ਦੇਖਿਆ ਕਿ ਅਜੇ ਬਹੁਤ ਬਦਲਿਆ ਹੋਇਆ ਲੱਗ ਰਿਹਾ ਸੀ। ਉਹ ਮੇਰੇ ਵੱਲ ਬੜੇ ਧਿਆਨ ਨਾਲ ਦੇਖ ਰਿਹਾ ਸੀ। ਵੈਸੇ ਵੀ ਮੈਂ ਬਹੁਤ ਸੋਹਣੀ ਲੱਗ ਰਹੀ ਸੀ। ਅਜੇ ਮੇਰੇ ਲਈ ਫੁੱਲ ਲੈ ਕੇ ਆਇਆ ਸੀ, ਜਿਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਅਤੇ ਉਸ ਦਿਨ ਤੋਂ ਬਾਅਦ ਅਸੀਂ ਦੋਵੇਂ ਬਹੁਤ ਨੇੜੇ ਆਉਣ ਲੱਗੇ। ਅਜੇ ਨੇ ਮੈਨੂੰ ਦੱਸਿਆ ਸੀ ਕਿ ਉਹ ਗਰੀਬ ਪਰਿਵਾਰ ਤੋਂ ਹੈ, ਇਸ ਲਈ ਮੈਂ ਉਸ ਨੂੰ ਕਿਹਾ ਕਿ ਚਿੰਤਾ ਨਾ ਕਰੋ, ਮੇਰਾ ਸਭ ਕੁਝ ਤੁਹਾਡਾ ਹੈ। ਮੈਂ ਉਸ ਨੂੰ ਬਹੁਤ ਮਹਿੰਗੇ ਤੋਹਫੇ ਦਿੰਦੀ ਸੀ, ਪਰਫਿਊਮ, ਜੁੱਤੇ, ਟੀ-ਸ਼ਰਟ। ਮੈਂ ਉਸ ਨੂੰ ਆਪਣਾ ATM ਵੀ ਦੇ ਦਿੱਤਾ, ਜੋ ਉਸ ਨੂੰ ਕਦੇ ਵੀ ਲੋੜ ਪੈਣ ਤੇ ਮੇਰੇ ਤੋਂ ਮੰਗਣਾ ਨਾ ਪਵੇ। ਮੈਂ ਇਹ ਨਹੀਂ ਸਮਝ ਸਕੀ ਕਿ ਉਹ ਮੈਨੂੰ ਪਿਆਰ ਨਹੀਂ ਕਰਦਾ ਸੀ, ਉਹ ਸਿਰਫ ਮੇਰੀ ਦੌਲਤ ਕਰਕੇ ਮੈਨੂੰ ਵਰਤ ਰਿਹਾ ਸੀ। ਜਦੋਂ ਮੈਂ ਆਪਣੇ ਪਿਤਾ ਨਾਲ ਅਜੇ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਉਸ ਨੂੰ ਮਿਲਣ ਦਾ ਫੈਸਲਾ ਕੀਤਾ। ਮੈਂ ਬਹੁਤ ਖੁਸ਼ ਸੀ। ਮੈਨੂੰ ਪਤਾ ਸੀ ਕਿ ਉਹ ਮੈਨੂੰ ਕਦੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਪਰ ਮੇਰੇ ਪਿਤਾ ਜੀ ਬਹੁਤ ਸੂਝਵਾਨ ਵਿਅਕਤੀ ਸਨ। ਉਹਨਾਂ ਨੇ ਅਜੇ ਬਾਰੇ ਸਭ ਕੁਝ ਪਤਾ ਕਰ ਲਿਆ ਸੀ ਅਤੇ ਜਿਸ ਦਿਨ ਉਹਨਾਂ ਦੀ ਮੁਲਾਕਾਤ ਸੀ, ਉਸ ਦਿਨ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਪਰ ਪਾਪਾ ਨੇ ਪਿੰਕੀ ਨੂੰ ਕਿਹਾ ਕਿ ਸ਼ਿਵਾਨੀ ਨੂੰ ਕਹੋ ਕਿ ਉਹ ਆਪਣੀ TV ਸਕਰੀਨ ਚਾਲੂ ਕਰ ਲੇ। ਮੈਂ TV ਔਨ ਕੀਤਾ। ਉੱਥੇ ਪਾਪਾ ਅਤੇ ਅਜੇ ਦੀ ਮੁਲਾਕਾਤ ਦੇ ਵੀਡੀਓ ਚੱਲ ਰਿਹਾ ਸੀ, ਜਿਸ ਨੂੰ ਦੇਖ ਕੇ ਨਾ ਤਾਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੋ ਰਿਹਾ ਸੀ ਅਤੇ ਨਾ ਹੀ ਆਪਣੀਆਂ ਅੱਖਾਂ ਤੇ। ਇਹ ਅਜੇ ਹੀ ਸੀ, ਪਰ ਉਸ ਦਾ ਲਹਿਜਾ ਅਤੇ ਬੋਲ ਸਭ ਬਦਲ ਗਿਆ ਸੀ। ਪਾਪਾ ਨੇ ਉਸ ਨੂੰ ਪਹਿਲਾਂ ਸਵਾਲ ਕੀਤਾ ਕਿ ਤੁਹਾਡੀ ਕੀ ਮੰਗ ਹੈ। ਉਹਨਾਂ ਦੇ ਸਵਾਲਾਂ ਨੂੰ ਸੁਣ ਕੇ ਉਹ ਹੈਰਾਨ ਨਹੀਂ ਹੋਇਆ, ਸਗੋਂ ਖੁਸ਼ ਹੋਇਆ ਕਿ ਮੈਂ ਆਪਣੀ ਮੰਗ ਨਹੀਂ ਦੱਸ ਸਕਦਾ। ਸਰ, ਮੇਰੇ ਹੱਥ ਖਜ਼ਾਨਾ ਲੱਗਿਆ ਹੈ। ਉਹ ਬੜੇ ਆਰਾਮ ਨਾਲ ਗੱਲ ਕਰ ਰਿਹਾ ਸੀ। ਪਾਪਾ ਨੇ ਕਿਹਾ, ਮੈਂ ਤੁਹਾਡੇ ਲਈ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰ ਸਕਦਾ, ਇਸ ਲਈ ਮੈਨੂੰ ਜਲਦੀ ਕੀਮਤ ਦੱਸੋ ਅਤੇ ਅੱਗੇ ਵਧੋ। ਉਸਨੇ ਦੱਸਿਆ ਕਿ ਮੈਨੂੰ ਇੱਕ ਕਾਰ, ਇੱਕ ਵੱਡਾ ਬੰਗਲਾ ਅਤੇ 50 ਰੁਪਏ ਚਾਹੀਦੇ ਹਨ। ਪਾਪਾ ਨੇ ਆਪਣੀ ਚੈੱਕਬੁੱਕ ਕੱਢੀ ਅਤੇ ਕਿਹਾ ਕਿ ਮਿਲ ਜਾਣਗੇ ਅਤੇ ਪਾਪਾ ਚੈੱਕ ਭਰਨ ਲੱਗੇ। ਮੇਰੇ ਸੈਕਟਰੀ ਨੂੰ ਮਿਲ ਕੇ ਬਾਕੀ ਦਾ ਮਾਮਲਾ ਹੱਲ ਕਰ ਲੈਣਾ ਅਤੇ ਜਿੱਥੇ ਬੰਗਲਾ ਪਸੰਦ ਹੋਵੇ ਲੈ ਲੈਣਾ, ਪਰ ਹੁਣ ਮੇਰੀ ਧੀ ਦੇ ਨੇੜੇ ਆਉਣ ਬਾਰੇ ਵੀ ਨਾ ਸੋਚਣਾ। ਇਹ ਕਹਿ ਕੇ ਪਿਤਾ ਜੀ ਖੜੇ ਹੋ ਗਏ ਅਤੇ ਉਹ ਚੈੱਕ ਚੱਕ ਕੇ ਖੁਸ਼ੀ-ਖੁਸ਼ੀ ਕਮਰੇ ਤੋਂ ਬਾਹਰ ਚਲਾ ਗਿਆ। ਇਹ ਸਭ ਕੀ ਸੀ? ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਪਿੰਕੀ ਨੇ ਮੈਨੂੰ ਫੜ ਲਿਆ ਸੀ। ਭੈਣ, ਪਾਣੀ ਪੀਓ, ਉਹ ਮੈਨੂੰ ਦਿਲਾਸਾ ਦੇਣ ਲੱਗੀ, ਪਰ ਮੈਂ ਗਲਾਸ ਦੂਰ ਸੁੱਟ ਦਿੱਤਾ। ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਮੇਰੇ ਕੋਲ ਕੋਈ ਸਵਾਲ ਨਹੀਂ ਬਚਿਆ ਸੀ। ਮੈਂ ਪਾਪਾ ਨੂੰ ਕੁਝ ਨਹੀਂ ਕਿਹਾ। ਪਾਪਾ ਨੇ ਮੈਨੂੰ ਕਿਹਾ ਕਿ ਮੈਂ ਇਹ ਵੀਡੀਓ ਇਸ ਲਈ ਬਣਾਈ ਹੈ ਤਾਂ ਕਿ ਇਸ ਤੋਂ ਬਾਅਦ ਵੀ ਅਜੇ ਕੋਈ ਝੂਠ ਬੋਲ ਕੇ ਤੁਹਾਨੂੰ ਆਪਣੀਆਂ ਗੱਲਾਂ ਵਿੱਚ ਨਾ ਫਸਾ ਲਵੇ। ਪੁੱਤਰ, ਉਹ ਤੁਹਾਨੂੰ ਬਾਅਦ ਵਿੱਚ ਵੀ ਵਰਤ ਸਕਦਾ ਸੀ। ਇਹ ਕਹਿ ਕੇ ਤੁਹਾਡੇ ਪਿਤਾ ਨੇ ਮੇਰੀ ਬੇਇੱਜ਼ਤੀ ਕੀਤੀ ਅਤੇ ਇਸ ਲਈ ਮੈਂ ਤੁਹਾਨੂੰ ਸਭ ਕੁਝ ਦਿਖਾਉਣਾ ਚਾਹੁੰਦਾ ਸੀ। ਜਿਹੜਾ ਲੜਕਾ ਤੁਹਾਡੀ ਦੌਲਤ ਚਾਹੁੰਦਾ ਹੈ, ਉਹ ਕਦੇ ਵੀ ਚੰਗਾ ਪਤੀ ਨਹੀਂ ਸਾਬਤ ਹੋ ਸਕਦਾ ਅਤੇ ਮੈਂ ਉਸ ਨੂੰ ਆਪਣੀ ਦੌਲਤ ਦੇ ਸਕਦਾ ਹਾਂ, ਪਰ ਮੇਰੀ ਸਭ ਤੋਂ ਕੀਮਤੀ ਚੀਜ਼ ਮੇਰੀ ਧੀ ਨੂੰ ਨਹੀਂ ਦੇ ਸਕਦਾ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਉਹਨਾਂ ਦਾ ਦੋਸ਼ੀ ਸਮਝ ਰਹੀ ਸੀ। ਮੈਨੂੰ ਜ਼ਿੰਦਗੀ ਤੋਂ ਨਫ਼ਰਤ ਹੋ ਗਈ ਸੀ। ਮੈਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਮੈਂ ਯੂਨੀਵਰਸਿਟੀ ਜਾਣਾ ਵੀ ਛੱਡ ਦਿੱਤਾ ਸੀ। ਪਾਪਾ ਜੀ ਮੇਰੇ ਬਾਰੇ ਬਹੁਤ ਚਿੰਤਤ ਸਨ, ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। ਹੋ ਸਕਦਾ ਹੈ ਕਿ ਉਹ ਮੈਨੂੰ ਸੰਭਲਣ ਲਈ ਸਮਾਂ ਦੇਣਾ ਚਾਹੁੰਦੇ ਸੀ, ਪਰ ਮੈਨੂੰ ਸੰਭਲਣ ਵਿੱਚ 1 ਸਾਲ ਲੱਗ ਗਿਆ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸਮਝਾਇਆ ਕਿ ਮੈਂ ਅਜੇ ਲਈ ਆਪਣੇ ਆਪ ਨੂੰ ਦੁੱਖ ਕਿਉਂ ਦੇ ਰਹੀ ਹਾਂ। ਮੈਂ ਕੁਝ ਮਹੀਨਿਆਂ ਲਈ ਲੰਡਨ ਘੁੰਮਣ ਚਲੀ ਗਈ। ਮੈਂ ਆਪ ਹੀ ਇਹ ਯਾਦਾਂ ਭੁੱਲ ਸਕਦੀ ਸੀ। ਜਦੋਂ ਮੈਂ ਉੱਥੋਂ ਵਾਪਸ ਆਈ ਤਾਂ ਪਿਤਾ ਜੀ ਨੇ ਮੈਨੂੰ ਰੋਹਨ ਨਾਲ ਮਿਲਾਇਆ। ਉਹ ਬਹੁਤ ਸਿਆਣਾ ਵਿਅਕਤੀ ਸੀ ਅਤੇ ਮੇਰੇ ਤੋਂ 4 ਸਾਲ ਵੱਡਾ ਸੀ। ਉਹ ਜਵਾਨ ਲੱਗ ਰਿਹਾ ਸੀ, ਪਰ ਮੇਰੇ ਦਿਲ ਵਿੱਚ ਕਿਸੇ ਹੋਰ ਲਈ ਕੋਈ ਥਾਂ ਨਹੀਂ ਸੀ। ਜਦੋਂ ਪਾਪਾ ਜੀ ਨੇ ਮੈਨੂੰ ਕਿਹਾ ਕਿ ਉਹ ਮੇਰਾ ਵਿਆਹ ਰੋਹਨ ਨਾਲ ਕਰਨਾ ਚਾਹੁੰਦੇ ਹਨ, ਤਾਂ ਮੈਂ ਉਸ ਨੂੰ ਇੱਕੋ ਜਵਾਬ ਦਿੱਤਾ ਕਿ ਪਾਪਾ, ਜਿਵੇਂ ਤੁਸੀਂ ਚਾਹੁੰਦੇ ਹੋ ਕਰੋ, ਅਤੇ ਉਹ ਬਹੁਤ ਖੁਸ਼ ਹੋਏ ਅਤੇ ਮੈਂ ਉਹਨਾਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਵੈਸੇ ਵੀ ਮੈਂ ਕਿਸੇ ਨਾ ਕਿਸੇ ਨਾਲ ਵਿਆਹ ਕਰਨਾ ਹੀ ਸੀ।
ਇਸ ਲਈ ਮੈਂ ਆਪਣੇ ਪਿਤਾ ਜੀ ਦੀ ਪਸੰਦ ਅਨੁਸਾਰ ਵਿਆਹ ਕਰਨ ਦਾ ਫੈਸਲਾ ਕੀਤਾ। ਮੈਂ ਇੱਕ ਦਿਨ ਵਿੱਚ ਦੁਲਹਨ ਬਣ ਗਈ। ਮੇਰੇ ਦਿਲ ਵਿੱਚ ਰੋਹਨ ਲਈ ਕੋਈ ਭਾਵਨਾ ਨਹੀਂ ਸੀ। ਜਿਵੇਂ ਹੀ ਉਹ ਆਇਆ, ਰੋਹਨ ਨੇ ਮੈਨੂੰ ਇੱਕ ਸੁੰਦਰ ਕੰਗਣ ਪਹਿਨਾਇਆ ਅਤੇ ਕਈ ਵਾਅਦੇ ਕੀਤੇ, ਪਰ ਇੰਜ ਲੱਗਦਾ ਸੀ ਜਿਵੇਂ ਮੈਂ ਕੁਝ ਨਹੀਂ ਸੁਣ ਰਹੀ ਅਤੇ ਹੁਣ ਅਜਿਹਾ ਹੋਣ ਲੱਗਾ ਕਿ ਮੈਂ ਅਤੇ ਰੋਹਨ ਇੱਕ ਦੂਜੇ ਤੋਂ ਦੂਰ ਰਹਿਣ ਲੱਗ ਪਏ। ਸਾਡੇ ਕੋਲ ਅਜਿਹਾ ਕੋਈ ਗੱਲ ਨਹੀਂ ਸੀ ਜੋ ਨਵੇਂ ਵਿਆਹੇ ਜੋੜੇ ਵਿੱਚ ਹੁੰਦੀ ਹੈ, ਪਰ ਇੱਕ ਰਾਤ ਕੁਝ ਅਜਿਹਾ ਹੋਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਉਸ ਰਾਤ ਅਚਾਨਕ ਇੱਕ ਭਿਆਨਕ ਤੂਫਾਨ ਆ ਗਿਆ। ਮੈਂ ਘਰ ਵਿੱਚ ਇਕੱਲੀ ਸੀ। ਤੂਫਾਨੀ ਮੀਂਹ ਸ਼ੁਰੂ ਹੋ ਚੁੱਕਾ ਸੀ। ਅਜੇ 'ਚ ਲਾਈਟਾਂ ਵੀ ਬੁਝ ਗਈਆਂ ਸਨ ਅਤੇ ਉਸ ਸਮੇਂ ਘਰ 'ਚ ਕੋਈ ਨੌਕਰ ਵੀ ਨਹੀਂ ਸੀ ਅਤੇ ਡਰ ਨਾਲ ਮੈਂ ਕੰਬ ਰਹੀ ਸੀ। ਮੈਂ ਡਰਦੀ ਹੋਈ ਕਮਰੇ ਤੋਂ ਬਾਹਰ ਆ ਗਈ। ਮੈਂ ਹਨੇਰੇ ਤੋਂ ਬਹੁਤ ਡਰਦੀ ਸੀ। ਮੈਂ ਮੇਨ ਗੇਟ ਵੱਲ ਭੱਜਣ ਲੱਗੀ। ਕਿਸੇ ਤਰ੍ਹਾਂ ਮੈਂ ਗੇਟ ਤੋਂ ਬਾਹਰ ਆਈ ਅਤੇ ਸੜਕ ਤੇ ਦੌੜਨ ਲੱਗੀ। ਹਵਾ ਅਤੇ ਮੀਂਹ ਦੇ ਰੌਲੇ ਤੋਂ ਸਿਵਾਏ ਕੋਈ ਨਹੀਂ ਸੀ। ਅਚਾਨਕ ਮੈਂ ਕਾਰ ਦੀਆਂ ਹੈੱਡਲਾਈਟਾਂ ਦੇਖੀਆਂ। ਇਸ ਤੋਂ ਪਹਿਲਾਂ ਕਿ ਮੈਂ ਸੰਭਲਦੀ, ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਸੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਦੇ ਬੈੱਡ ਤੇ ਸੀ। ਮੇਰਾ ਸਿਰ ਬਹੁਤ ਦੁਖ ਰਿਹਾ ਸੀ। ਮੇਰੇ ਸਿਰ ਤੇ ਪੱਟੀ ਬੰਨ੍ਹੀ ਹੋਈ ਸੀ। ਮੈਨੂੰ ਹੋਸ਼ ਆਉਂਦਾ ਦੇਖ ਕੇ ਨਰਸ ਮੇਰੇ ਨੇੜੇ ਆਈ ਅਤੇ ਪੁੱਛਣ ਲੱਗੀ ਕਿ ਤੁਸੀਂ ਕਿਵੇਂ ਹੋ? ਤਾਂ ਮੈਂ ਝੱਟ ਕਿਹਾ, ਭੈਣ ਜੀ ਮੈਂ ਕਿੱਥੇ ਹਾਂ? ਉਸੇ ਵੇਲੇ ਮੈਂ ਇੱਕ ਲੜਕੇ ਨੂੰ ਅੰਦਰ ਆਉਂਦਾ ਦੇਖਿਆ। ਉਸ ਨੇ ਦੱਸਿਆ ਕਿ ਮੈਂ ਉਸ ਦੀ ਕਾਰ ਨਾਲ ਟਕਰਾ ਗਈ ਸੀ ਅਤੇ ਉਸ ਨੇ ਕਿਹਾ ਕਿ ਉਹ ਮੈਨੂੰ ਆਪਣੇ ਕਿਸੇ ਰਿਸ਼ਤੇਦਾਰ ਦਾ ਨੰਬਰ ਦੇਣ ਤਾਂ ਜੋ ਉਹਨਾਂ ਨੂੰ ਸੂਚਿਤ ਕੀਤਾ ਜਾ ਸਕੇ। ਮੈਂ ਝੱਟ ਰੋਹਨ ਦਾ ਨੰਬਰ ਦਿੱਤਾ ਅਤੇ ਮੈਂ ਆਪਣੇ ਆਪ ਤੇ ਹੈਰਾਨੀ ਮਹਿਸੂਸ ਕਰਨ ਲੱਗੀ। ਮੈਨੂੰ ਰੋਹਨ ਦਾ ਨੰਬਰ ਕਿਵੇਂ ਯਾਦ ਸੀ? ਸ਼ਾਇਦ ਮੈਂ ਅੱਜ ਤੱਕ ਉਸ ਦਾ ਨੰਬਰ ਸੇਵ ਨਹੀਂ ਕੀਤਾ ਸੀ। ਇਸ ਲਈ ਜਦੋਂ ਵੀ ਉਸ ਦਾ ਕਾਲ ਆਉਂਦਾ ਤਾਂ ਮੈਂ ਨੰਬਰ ਦੇਖ ਕੇ ਉਸ ਨੂੰ ਪਛਾਣ ਲੈਂਦੀ। ਕੁਝ ਦੇਰ ਬਾਅਦ ਰੋਹਨ ਕਮਰੇ ਵੱਲ ਆਇਆ। ਉਹ ਮੈਨੂੰ ਮੀਂਹ ਵਿੱਚ ਭਿੱਜੀ ਦੇਖ ਕੇ ਉਹ ਤੇਜ਼ੀ ਨਾਲ ਮੇਰੇ ਨੇੜੇ ਆ ਗਿਆ। ਕੀ ਹੋਇਆ ਸ਼ਿਵਾਨੀ, ਤੂੰ ਕਿੱਥੇ ਸੀ ਤੇ ਤੈਨੂੰ ਇਹ ਸੱਟ ਕਿਵੇਂ ਲੱਗੀ? ਉਹ ਮੇਰਾ ਹੱਥ ਫੜ ਕੇ ਪੁੱਛਣ ਲੱਗਾ। ਮੈਂ ਉਸ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ। ਪਿੱਛੇ ਤੋਂ ਉਹ ਮੁੰਡੇ ਨੇ ਜਵਾਬ ਦਿੱਤਾ, ਸਰ ਇਹ ਮੇਰੀ ਕਾਰ ਨਾਲ ਟਕਰਾ ਗਈ ਸੀ। ਅਤੇ ਰੋਹਨ ਨੇ ਗੁੱਸੇ ਵਿੱਚ ਉਸ ਦਾ ਕਾਲਰ ਫੜ ਕੇ ਕਿਹਾ ਕਿ ਤੇਰੇ ਵਰਗੇ ਮੁੰਡੇ ਅਣਬੇਹਾ ਗੱਡੀ ਚਲਾਉਂਦੇ ਹਨ। ਜੇਕਰ ਮੇਰੀ ਪਤਨੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਤੈਨੂੰ ਜਿਉਂਦਾ ਨਾ ਛੱਡਦਾ। ਰੋਹਨ ਨੂੰ ਬਹੁਤ ਗੁੱਸਾ ਸੀ। ਬੜੀ ਮੁਸ਼ਕਲ ਨਾਲ ਡਾਕਟਰ ਨੇ ਉਸ ਨੂੰ ਰੋਕਿਆ। ਦੇਖੋ ਜਨਾਬ, ਤੁਹਾਡੀ ਪਤਨੀ ਬਿਲਕੁਲ ਠੀਕ ਹੈ। ਉਸ ਨੂੰ ਥੋੜੀ ਜਿਹੀ ਸੱਟ ਲੱਗੀ ਹੈ। ਤੁਸੀਂ ਉਹਨਾਂ ਨੂੰ ਘਰ ਲੈ ਜਾ ਸਕਦੇ ਹੋ। ਹੁਣ ਰੋਹਨ ਮੇਰੇ ਨੇੜੇ ਬੈਠਾ ਸੀ ਤੇ ਉਸ ਦੀਆਂ ਅੱਖਾਂ ਵਿੱਚ ਜੋ ਅਹਿਸਾਸ ਸੀ ਉਸ ਨੂੰ ਦੇਖ ਕੇ ਮੇਰਾ ਪੱਥਰ ਦਿਲ ਪਿਘਲਣ ਲੱਗਾ ਕਿ ਮੈਂ ਉਸ ਲਈ ਇੰਨੀ ਜ਼ਰੂਰੀ ਸੀ ਕਿ ਉਹ ਮੇਰੇ ਦਰਦ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਸੀ। ਮੈਂ ਰੋਹਨ ਨੂੰ ਕਿਹਾ ਕਿ ਮੈਂ ਠੀਕ ਹਾਂ। ਰੋਹਨ, ਇਸ ਲੜਕੇ ਦਾ ਵੀ ਕੋਈ ਕਸੂਰ ਨਹੀਂ ਹੈ। ਮੈਂ ਹੀ ਪਾਗਲਾਂ ਵਾਂਗ ਦੌੜ ਰਹੀ ਸੀ। ਉਸ ਨੇ ਫਿਰ ਵੀ ਮੇਰੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸੜਕ ਤੇ ਡਿੱਗਣ ਕਾਰਨ ਜ਼ਖਮੀ ਹੋ ਗਈ। ਮੇਰੀ ਗੱਲ ਸੁਣ ਕੇ ਰੋਹਨ ਥੋੜਾ ਜਿਹਾ ਮੁਸਕਰਾਇਆ। ਕੁਝ ਦੇਰ ਵਿੱਚ ਅਸੀਂ ਘਰ ਵਾਪਸ ਆ ਗਏ। ਉਸ ਰਾਤ ਮੈਨੂੰ ਪਤਾ ਲੱਗਾ ਕਿ ਵਿਆਹ ਦਾ ਬੰਧਨ ਕਿੰਨਾ ਸ਼ਕਤੀਸ਼ਾਲੀ ਹੁੰਦਾ ਹੈ। ਉਹੀ ਪਤੀ ਹੈ ਜੋ ਮੇਰੇ ਤੋਂ ਖਿਝਦਾ ਰਹਿੰਦਾ ਸੀ, ਅੱਜ ਮੇਰੇ ਲਈ ਬਹੁਤ ਫਿਕਰਮੰਦ ਸੀ ਅਤੇ ਇਹ ਅਹਿਸਾਸ ਮੇਰੇ ਲਈ ਬਹੁਤ ਖੁਸ਼ੀ ਦਾ ਸੀ। ਅਗਲੀ ਸਵੇਰ ਮੇਰੇ ਲਈ ਖੁਸ਼ੀਆਂ ਲੈ ਕੇ ਆਈ। ਮੈਨੂੰ ਵੀ ਇਹ ਮਹਿਸੂਸ ਹੋਣ ਲੱਗਾ ਕਿ ਮੈਂ ਹੁਣ ਜਿੰਦਾ ਹਾਂ। ਰੋਹਨ ਦਾ ਪਿਆਰ ਮਿਲਦਿਆਂ ਹੀ ਮੈਂ ਸਭ ਕੁਝ ਭੁੱਲ ਗਈ। ਹੁਣ ਮੈਂ ਉਸ ਦੇ ਬਿਨਾਂ ਰਹਿਣ ਬਾਰੇ ਸੋਚ ਵੀ ਨਹੀਂ ਸਕਦੀ ਸੀ ਅਤੇ ਰੋਹਨ ਦਾ ਵੀ ਇਹੀ ਹਾਲ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਉਹ ਕੀ ਕਾਰਨ ਸੀ ਜੋ ਤੁਸੀਂ ਮੇਰੇ ਤੋਂ ਦੂਰ ਰਹਿੰਦੇ ਸੀ, ਤਾਂ ਜੋ ਉਸਨੇ ਬੜੇ ਸਹਿਜ ਨਾਲ ਕਿਹਾ, ਸ਼ਿਵਾਨੀ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਾ ਆਵੇ ਤਾਂ ਇਹ ਸਵਾਲ ਦੁਬਾਰਾ ਨਾ ਪੁੱਛੋ। ਅਤੇ ਉਸ ਦਿਨ ਤੋਂ ਬਾਅਦ ਮੈਂ ਸਾਰੇ ਸਵਾਲਾਂ ਨੂੰ ਦਬਾ ਦਿੱਤਾ। ਮੈਂ ਆਪਣੀ ਖੁਸ਼ਹਾਲ ਜ਼ਿੰਦਗੀ ਵਿੱਚ ਕੋਈ ਮੁਸੀਬਤ ਨਹੀਂ ਲਿਆਉਣਾ ਚਾਹੁੰਦੀ ਸੀ, ਪਰ ਇਹ ਮੇਰੀ ਗਲਤੀ ਸੀ। ਅਸੀਂ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਸੀ, ਪਰ ਪਿਛਲੀਆਂ ਕੁਝ ਰਾਤਾਂ ਤੋਂ ਮੈਂ ਮਹਿਸੂਸ ਕਰ ਰਹੀ ਸੀ ਕਿ ਉਹ ਅੱਧੀ ਰਾਤ ਨੂੰ ਕਮਰੇ ਤੋਂ ਬਾਹਰ ਜਾਂਦਾ ਸੀ। ਇੱਕ ਵਾਰ ਜਦੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ, ਮੇਰੀ ਜਾਨ, ਮੈਂ ਤਾਜ਼ੀ ਹਵਾ ਲੈਣ ਜਾਂਦਾ ਹਾਂ। ਅਤੇ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਆਰਾਮ ਮਿਲ ਜਾਂਦਾ ਸੀ। ਪਰ ਫਿਰ ਵੀ ਮੈਨੂੰ ਅਜੀਬ ਜਿਹੀ ਉਲਝਣ ਮਹਿਸੂਸ ਹੋਣ ਲੱਗੀ। ਆਖਰ ਉਹ ਅੱਧੀ ਰਾਤ ਨੂੰ ਹੀ ਕਿਉਂ ਜਾਂਦੇ ਸੀ? ਉਹ ਮੇਰੇ ਨਾਲ ਵੀ ਜਾ ਸਕਦੇ ਸੀ। ਇੱਕ ਰਾਤ ਉਸ ਨੂੰ ਲੱਗਾ ਕਿ ਮੈਂ ਸੌਂ ਰਹੀ ਹਾਂ
ਅਤੇ ਜਿਵੇਂ ਹੀ ਉਸ ਨੂੰ ਲੱਗਾ ਕਿ ਮੈਂ ਸੌਂ ਰਹੀ ਹਾਂ, ਉਹ ਹੌਲੀ-ਹੌਲੀ ਉੱਠ ਕੇ ਬਾਹਰ ਜਾਣ ਲੱਗਾ ਅਤੇ ਕੁਝ ਦੇਰ ਬਾਅਦ ਮੈਂ ਵੀ ਉਸਦੇ ਪਿੱਛੇ-ਪਿੱਛੇ ਬਾਹਰ ਚਲੀ ਗਈ। ਮੈਂ ਦੇਖਿਆ ਕਿ ਉਹ ਘਰ ਦੇ ਪਿਛਲੇ ਪਾਸੇ ਬੇਸਮੈਂਟ ਵੱਲ ਜਾਣ ਲੱਗਾ। ਮੈਨੂੰ ਇਹ ਅਜੀਬ ਲੱਗਾ ਕਿ ਉਹ ਤਾਂ ਹਵਾ ਲੈਣ ਜਾਂਦਾ ਸੀ, ਤਾਂ ਬੇਸਮੈਂਟ ਵਿੱਚ ਉਹਨਾਂ ਦਾ ਕੀ ਕੰਮ? ਬੇਸਮੈਂਟ ਵਿੱਚ ਬੇਕਾਰ ਸਮਾਨ ਪਿਆ ਸੀ। ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ, ਮੈਂ ਬੇਸਮੈਂਟ ਬਾਹਰ ਤੋਂ ਹੀ ਦੇਖਿਆ ਸੀ। ਮੈਂ ਆਪਣੀ ਥਾਂ ਤੇ ਵਾਪਸ ਆ ਕੇ ਲੇਟ ਗਈ। ਮੈਂ ਅਜੀਬ ਤਰ੍ਹਾਂ ਨਾਲ ਘਬਰਾਹਟ ਅਤੇ ਬੇਚੈਨ ਮਹਿਸੂਸ ਕਰਨ ਲੱਗੀ। ਆਖਰ ਰੋਹਨ ਨੇ ਮੇਰੇ ਨਾਲ ਝੂਠ ਕਿਉਂ ਬੋਲਿਆ? ਜਦੋਂ ਰੋਹਨ ਕਾਫੀ ਦੇਰ ਬਾਅਦ ਵਾਪਸ ਆਇਆ ਤਾਂ ਉਹ ਬਹੁਤ ਥੱਕਿਆ ਹੋਇਆ ਅਤੇ ਪਰੇਸ਼ਾਨ ਨਜ਼ਰ ਆ ਰਿਹਾ ਸੀ। ਮੈਂ ਕੁਝ ਨਹੀਂ ਪੁੱਛਿਆ, ਬਸ ਉਸ ਵੱਲ ਪਿਆਰ ਨਾਲ ਦੇਖਿਆ। ਦੂਜੇ ਦਿਨ ਸਵੇਰੇ ਜਦੋਂ ਮੈਂ ਰੋਹਨ ਨੂੰ ਪੁੱਛਿਆ ਕਿ ਤੁਸੀਂ ਬੇਸਮੈਂਟ ਵੱਲ ਕਿਉਂ ਗਏ ਸੀ, ਤਾਂ ਮੈਂ ਦੇਖਿਆ ਕਿ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਸੀ। ਮੈਂ ਉਸ ਦੀ ਘਬਰਾਹਟ ਨੂੰ ਮਹਿਸੂਸ ਕਰ ਸਕਦੀ ਸੀ। ਉਹ ਗਲਾ ਸਾਫ਼ ਕਰਦੇ ਹੋਏ ਕਹਿਣ ਲੱਗੀ, ਸ਼ਿਵਾਨੀ, ਮੈਂ ਕੋਈ ਆਵਾਜ਼ ਸੁਣੀ ਸੀ, ਇਸ ਲਈ ਮੈਂ ਉਸ ਤਰਫ ਗਿਆ ਸੀ ਕਿ ਕੋਈ ਚੋਰ ਤਾਂ ਨਹੀਂ ਵੜ ਗਿਆ। ਉੱਥੇ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਈ। ਤੁਸੀਂ ਕੀ ਕਹਿ ਰਹੇ ਹੋ? ਰੋਹਨ, ਤੂੰ ਚੌਕੀਦਾਰ ਨੂੰ ਕਿਉਂ ਨਹੀਂ ਦੱਸਿਆ? ਤੁਸੀਂ ਖੁਦ ਉੱਥੇ ਕਿਉਂ ਗਏ ਸੀ? ਮੈਂ ਬਹੁਤ ਘਬਰਾ ਗਈ ਸੀ। ਜੇ ਤੈਨੂੰ ਕੁਝ ਹੋ ਜਾਂਦਾ ਤਾਂ? ਮੇਰੀ ਪਾਗਲ ਪਤਨੀ, ਡਰ ਨਾ, ਮੈਨੂੰ ਕੁਝ ਨਹੀਂ ਹੋਵੇਗਾ। ਉਸਨੇ ਮੇਰੀ ਗੁੱਤ ਖਿੱਚੀ ਅਤੇ ਕਿਹਾ, ਇਹ ਮਾਮਲਾ ਖਤਮ ਹੋ ਗਿਆ ਹੈ। ਪਰ ਫਿਰ ਇੱਕ ਰਾਤ ਮੈਂ ਉਸ ਨੂੰ ਬੇਸਮੈਂਟ ਵਿੱਚ ਜਾਂਦੇ ਦੇਖਿਆ। ਹੁਣ ਮੈਨੂੰ ਸ਼ੱਕ ਹੋਣ ਲੱਗਾ ਕਿ ਅਜਿਹਾ ਕੀ ਕਾਰਨ ਸੀ ਜੋ ਰੋਹਨ ਮੇਰੇ ਤੋਂ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਮੈਂ ਉਸ ਦਾ ਪਿੱਛਾ ਕਰਨ ਲੱਗੀ ਤਾਂ ਉਸਨੇ ਮੈਨੂੰ ਦੇਖਿਆ। ਉਸ ਦਿਨ ਰੋਹਨ ਬਹੁਤ ਗੁੱਸੇ ਵਿੱਚ ਸੀ। ਰੋਹਨ ਨੇ ਮੈਨੂੰ ਗੁੱਸੇ ਨਾਲ ਕਿਹਾ, ਸ਼ਿਵਾਨੀ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਂ ਪੁੱਛਿਆ, ਮੈਂ ਅੱਜ ਦੇਖ ਕੇ ਰਹਾਂਗੀ ਕਿ ਕੀ ਰਾਜ ਹੈ। ਤੁਸੀਂ ਹਰ ਰਾਤ ਮੇਰੇ ਤੋਂ ਛੁਪ ਕੇ ਇੱਥੇ ਕਿਉਂ ਆਉਂਦੇ ਹੋ? ਰੋਹਨ, ਕੀ ਹੋਇਆ? ਉਸਨੇ ਮੈਨੂੰ ਥੱਪੜ ਮਾਰਿਆ। ਰੋਹਨ, ਤੁਸੀਂ ਮੇਰੇ ਤੇ ਆਪਣਾ ਹੱਥ ਉਠਾਇਆ। ਮੈਨੂੰ ਯਕੀਨ ਨਹੀਂ ਆਇਆ। ਰੋਹਨ ਬਹੁਤ ਸ਼ਰਮਿੰਦਾ ਸੀ ਤੇ ਕਹਿ ਰਿਹਾ ਸੀ, ਮੈਨੂੰ ਮਾਫ਼ ਕਰ ਦਿਓ ਸ਼ਿਵਾਨੀ, ਮੈਨੂੰ ਪਤਾ ਨਹੀਂ ਕਿਵੇਂ ਮੇਰਾ ਹੱਥ ਉੱਠ ਗਿਆ। ਕਦੇ ਉਹ ਆਪਣੇ ਹੱਥ ਵੱਲ ਦੇਖਦਾ, ਕਦੇ ਮੇਰੇ ਵੱਲ। ਮੈਂ ਰੋਂਦੀ ਹੋਈ ਕਮਰੇ ਵਿੱਚ ਵਾਪਸ ਆ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਰੋਹਨ ਕਾਫੀ ਦੇਰ ਤੱਕ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਸਮੇਂ ਮੈਂ ਕੁਝ ਵੀ ਸੁਣਨਾ ਨਹੀਂ ਚਾਹੁੰਦੀ ਸੀ। ਜਦੋਂ ਮੈਂ ਸਵੇਰੇ ਉੱਠੀ ਤਾਂ ਰੋਹਨ ਪਹਿਲਾਂ ਹੀ ਦਫ਼ਤਰ ਗਿਆ ਹੋਇਆ ਸੀ। ਅੱਜ ਮੈਂ ਸਿੱਧਾ ਬੇਸਮੈਂਟ ਵੱਲ ਜਾਣ ਲੱਗੀ। ਮੇਰੀ ਬੇਚੈਨੀ ਵੱਧਦੀ ਜਾ ਰਹੀ ਸੀ। ਆਖਰ ਉਹ ਕਿਹੜਾ ਰਾਜ ਸੀ ਜਿਸ ਕਰਕੇ ਰੋਹਨ ਨੇ ਮੇਰੇ ਤੇ ਹੱਥ ਚੁੱਕਿਆ? ਪਰ ਮੈਂ ਬੇਸਮੈਂਟ ਵਿੱਚ ਜਾਣ ਤੋਂ ਬਾਅਦ ਨਿਰਾਸ਼ ਹੋ ਗਈ। ਉੱਥੇ ਸਿਰਫ ਬੇਕਾਰ ਸਮਾਨ ਪਿਆ ਸੀ। ਮੈਂ ਹਰ ਪਾਸੇ ਦੇਖਿਆ, ਪਰ ਮੈਨੂੰ ਅਜਿਹਾ ਕੁਝ ਨਜ਼ਰ ਨਹੀਂ ਆਇਆ ਜਿਸ ਨਾਲ ਮੈਨੂੰ ਪਤਾ ਲੱਗਦਾ ਕਿ ਰੋਹਨ ਇੱਥੇ ਕੀ ਕਰਨ ਆਉਂਦਾ ਹੈ। ਮੈਂ ਨਿਰਾਸ਼ ਹੋ ਕੇ ਪਿੱਛੇ ਮੁੜਨ ਲੱਗੀ, ਉਦੋਂ ਹੀ ਪੁਰਾਣੀ ਬਾਲਟੀ ਹੇਠਾਂ ਡਿੱਗ ਗਈ। ਮੈਂ ਤੇਜ਼ੀ ਨਾਲ ਪਿੱਛੇ ਹਟੀ ਅਤੇ ਉਸ ਜਗ੍ਹਾ ਤੇ ਇੱਕ ਡੱਬਾ ਪਿਆ ਦੇਖਿਆ ਜਿੱਥੇ ਬਾਲਟੀ ਡਿੱਗੀ ਸੀ। ਉੱਥੇ ਇੱਕ ਸੰਦੂਕ ਪਿਆ ਸੀ। ਮੈਂ ਹੈਰਾਨ ਹੋ ਗਈ ਕਿ ਮੈਂ ਇਸ ਨੂੰ ਪਹਿਲਾਂ ਕਿਉਂ ਨਹੀਂ ਦੇਖਿਆ। ਜਿਵੇਂ ਹੀ ਮੈਂ ਸੰਦੂਕ ਖੋਲ੍ਹਿਆ, ਸੰਦੂਕ ਦੇ ਅੰਦਰ ਜੋ ਕੁਝ ਸੀ ਉਸ ਨੂੰ ਦੇਖ ਕੇ ਮੇਰੀ ਰੂਹ ਕੰਬਣ ਲੱਗੀ। ਕਿਆਮਤ ਮੇਰੇ ਉੱਤੇ ਡਿੱਗ ਪਈ ਸੀ ਅਤੇ ਮੈਂ ਡਰ ਗਈ ਅਤੇ ਵਾਪਸ ਆ ਗਈ। ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ। ਮੇਰੇ ਨਾਲ ਇੱਕ ਵਾਰ ਫਿਰ ਉਹੀ ਹੋਇਆ। ਮੇਰੀ ਹਾਲਤ ਵਿਗੜ ਗਈ ਸੀ। ਉਸੇ ਸਮੇਂ ਰੋਹਨ ਨੇ ਕਮਰੇ ਵਿੱਚ ਕਦਮ ਰੱਖਿਆ। ਉਸਨੇ ਮੈਨੂੰ ਪੁੱਛਿਆ, ਤੁਸੀਂ ਕਿਹੋ ਜਿਹੀ ਹਾਲਤ ਬਣਾ ਰੱਖੀ ਹੈ? ਉਹ ਮੈਨੂੰ ਚਿੰਤਤ ਦੇਖ ਕੇ ਮੇਰੇ ਨੇੜੇ ਆਏ। ਮੈਂ ਕਿਹਾ, ਰੁਕ ਜਾਓ, ਮੇਰੇ ਨੇੜੇ ਨਾ ਆਓ, ਮੈਂ ਸਭ ਕੁਝ ਸਮਝ ਗਈ ਹਾਂ। ਕੀ ਤੁਸੀਂ ਕੌਣ ਹੋ? ਮੈਂ ਉਹ ਸਾਰੇ ਕਾਗਜ਼ ਅਤੇ ਫੋਟੋਆਂ ਉਸ ਵੱਲ ਸੁੱਟ ਦਿੱਤੀਆਂ। ਹੁਣ ਰੋਹਨ ਮਿੱਟੀ ਦੇ ਪੁਤਲੇ ਵਾਂਗ ਖੜਾ ਸੀ। ਤੁਸੀਂ ਮੇਰੀ ਦੌਲਤ ਚਾਹੁੰਦੇ ਹੋ, ਠੀਕ ਹੈ। ਤੁਸੀਂ ਸਾਰੇ ਮੇਰੇ ਧਨ ਦੇ ਪੁਜਾਰੀ ਹੋ, ਇਸ ਲਈ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਿਆ ਹੈ। ਮੈਂ ਗੁੱਸੇ ਨਾਲ ਚੀਕ ਰਹੀ ਸੀ। ਰੋਹਨ ਨੇ ਕਿਹਾ, ਇੱਕ ਵਾਰ ਮੇਰੀ ਗੱਲ ਸੁਣੋ, ਫਿਰ ਜੋ ਮਰਜ਼ੀ ਸਜ਼ਾ ਦੇਵੋ। ਮੈਂ ਇੱਕ ਗਰੀਬ ਲੜਕਾ ਸੀ ਅਤੇ ਮੈਨੂੰ ਇੱਕ ਅਮੀਰ ਆਦਮੀ ਦੀ ਧੀ ਨਾਲ ਪਿਆਰ ਹੋ ਗਿਆ ਸੀ ਅਤੇ ਮੇਰੇ ਪਿਆਰ ਦੇ ਬਦਲੇ ਉਸ ਕੁੜੀ ਨੇ ਮੇਰੇ ਪਰਿਵਾਰ ਦੇ ਸਾਹਮਣੇ ਮੈਨੂੰ ਬਹੁਤ ਜਲੀਲ ਕੀਤਾ। ਸੋਸ਼ਲ ਮੀਡੀਆ ਤੇ ਵੀ ਮੇਰੀਆਂ ਤਸਵੀਰਾਂ ਨੂੰ ਲੈ ਕੇ ਬਹੁਤ ਮਾੜੀਆਂ ਗੱਲਾਂ ਲਿਖੀਆਂ। ਮੇਰੇ ਪਿਤਾ ਨੇ ਮੈਨੂੰ ਘਰੋਂ ਕੱਢ ਦਿੱਤਾ ਅਤੇ ਮੈਨੂੰ ਪੜ੍ਹਾਈ ਵੀ ਛੱਡਣੀ ਪਈ। ਸਾਰੇ ਰਿਸ਼ਤੇਦਾਰ ਮੇਰਾ ਮਜ਼ਾਕ ਉਡਾਉਣ ਲੱਗ ਪਏ। ਉਸ ਦਿਨ ਮੈਂ ਫੈਸਲਾ ਕੀਤਾ
कि मैं अपनी इस बेइज्जत ਦਾ ਬਦਲਾ ਹਰ ਅਮੀਰ ਕੁੜੀ ਤੋਂ ਲਵਾਂਗਾ। ਫਿਰ ਮੈਂ ਅਮੀਰ ਕੁੜੀਆਂ ਨੂੰ ਆਪਣੇ ਪਿਆਰ ਵਿੱਚ ਫਸਾਉਂਦਾ, ਆਪਣੇ ਆਪ ਨੂੰ ਇੱਕ ਅਮੀਰ ਪਰਿਵਾਰ ਦਾ ਲੜਕਾ ਸਾਬਤ ਕਰਦਾ ਅਤੇ ਉਹਨਾਂ ਨਾਲ ਵਿਆਹ ਕਰਾਉਂਦਾ ਅਤੇ ਉਹਨਾਂ ਦੀ ਦੌਲਤ ਹਾਸਲ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਤਲਾਕ ਦੇ ਕੇ ਉੱਥੋਂ ਚਲਾ ਜਾਂਦਾ। ਹੁਣ ਤੱਕ ਮੈਂ 4 ਵਿਆਹ ਕਰਾ ਚੁੱਕਾ ਹਾਂ। ਉਹ ਸਾਰੀਆਂ ਕੁੜੀਆਂ ਇਸ ਦੀਆਂ ਹੱਕਦਾਰ ਸਨ। ਬਹੁਤ ਹੰਕਾਰੀ। ਫਿਰ ਮੇਰਾ ਅਗਲਾ ਸ਼ਿਕਾਰ ਤੁਸੀਂ ਸੀ। ਮੈਂ ਅੰਕਲ ਨੂੰ ਆਪਣੀਆਂ ਗੱਲਾਂ ਵਿੱਚ ਲਿਆਂਦਾ ਕਿਉਂਕਿ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਸੀ। ਫਿਰ ਸਾਡਾ ਵਿਆਹ ਹੋ ਗਿਆ। ਮੈਨੂੰ ਤੇਰੇ ਨਾਲ ਕੋਈ ਪਿਆਰ ਨਹੀਂ ਸੀ। ਮੈਂ ਸਿਰਫ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਿਸ ਨੇ ਮੇਰੀ ਬੇਇੱਜ਼ਤੀ ਕੀਤੀ ਸੀ। ਪਰ ਕੁਝ ਹੀ ਦਿਨਾਂ ਵਿੱਚ ਮੈਨੂੰ ਮਹਿਸੂਸ ਹੋਣ ਲੱਗਾ ਕਿ ਤੁਸੀਂ ਸਭ ਤੋਂ ਵੱਖਰੇ ਹੋ। ਇੰਨਾ ਅਮੀਰ ਹੋਣ ਦੇ ਬਾਵਜੂਦ ਤੁਹਾਨੂੰ ਕੋਈ ਹੰਕਾਰ ਨਹੀਂ ਹੈ। ਤੁਸੀਂ ਨੌਕਰਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ। ਸ਼ਿਵਾਨੀ, ਤੂੰ ਸਭ ਤੋਂ ਵੱਖਰੀ ਸੀ। ਮੈਂ ਚਾਹ ਕੇ ਵੀ ਤੈਨੂੰ ਨਜ਼ਰ ਅੰਦਾਜ਼ ਨਾ ਕਰ ਸਕਿਆ ਤੇ ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਮੈਂ ਤੈਨੂੰ ਕਦੋਂ ਪਿਆਰ ਕਰਨ ਲੱਗ ਪਿਆ। ਮੈਨੂੰ ਉਸ ਰਾਤ ਪਤਾ ਲੱਗਾ ਜਦੋਂ ਤੂੰ ਤੂਫਾਨੀ ਬਾਰਿਸ਼ ਵਿੱਚ ਸੀ ਅਤੇ ਮੈਂ ਘਰ ਨਹੀਂ ਸੀ ਅਤੇ ਗੇਟ ਵੀ ਖੁੱਲ੍ਹਾ ਸੀ। ਤੂੰ ਕਿਤੇ ਨਜ਼ਰ ਨਾ ਆਈ। ਸੋਚਿਆ ਮੈਂ ਤੈਨੂੰ ਗਵਾ ਲਿਆ। ਪਾਗਲਾਂ ਵਾਂਗ ਮੈਂ ਤੈਨੂੰ ਲੱਭਦਾ ਰਿਹਾ। ਮੈਂ ਸੜਕ ਦੇ ਵਿਚਕਾਰ ਰੋਂਦਾ ਹੋਇਆ ਡਿੱਗ ਪਿਆ। ਰੱਬ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਮੇਰੀ ਸ਼ਿਵਾਨੀ ਨਾਲ ਇੱਕ ਵਾਰੀ ਮੈਨੂੰ ਮਿਲਾਓ, ਮੈਂ ਉਸ ਤੋਂ ਮਾफ़ੀ ਮੰਗਾਂਗਾ। ਫਿਰ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਗਵਾਉਣ ਤੋਂ ਬਹੁਤ ਡਰਦਾ ਹਾਂ। ਇਸੇ ਲਈ ਮੈਂ ਅੱਜ ਤੁਹਾਡੇ 'ਤੇ ਹੱਥ ਉਠਾਇਆ। ਜੋ ਤੁਸੀਂ ਕਿਹਾ ਸੀ ਤੁਸੀਂ ਉਹ ਸਭ ਕੁਝ ਨਾ ਦੇਖ ਸਕੋ। ਹੁਣ ਉਹ ਹੰਝੂਆਂ ਨਾਲ ਰੋ ਰਿਹਾ ਸੀ। ਸ਼ਿਵਾਨੀ, ਕਿਰਪਾ ਕਰਕੇ ਮੈਨੂੰ ਮਾफ़ ਕਰ ਦਿਓ। ਮੈਨੂੰ ਪਹਿਲੀ ਅਤੇ ਆਖਰੀ ਵਾਰ ਆਪਣੇ ਹੱਥਾਂ ਨਾਲ ਮਾਰੋ। ਮੈਂ ਸਦਮੇ ਵਿੱਚ ਸੀ। ਮੈਂ ਉਹਨਾਂ ਦੇ ਨਾਮ, ਪਤੇ ਅਤੇ ਫੋਟੋਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਮੈਂ ਉਹਨਾਂ ਤੋਂ ਮਾफ़ੀ ਮੰਗ ਸਕਾਂ ਅਤੇ ਉਹਨਾਂ ਤੋਂ ਜੋ ਕੁਝ ਮੈਂ ਉਹਨਾਂ ਤੋਂ ਲਿਆ ਸੀ ਉਹ ਉਹਨਾਂ ਨੂੰ ਵਾਪਸ ਦੇ ਸਕਾਂ। ਇਸ ਲਈ ਮੈਂ ਹਰ ਰਾਤ ਬੇਸਮੈਂਟ ਵਿੱਚ ਬੈਠ ਕੇ ਆਪਣੇ ਲੈਪਟਾਪ 'ਤੇ ਉਹਨਾਂ ਨਾਲ ਗੱਲ ਕਰਦਾ ਸੀ ਅਤੇ ਉਹਨਾਂ ਦਾ ਬੈਂਕ ਬੈਲੈਂਸ ਉਹਨਾਂ ਨੂੰ ਵਾਪਸ ਕਰ ਦਿੰਦਾ ਸੀ ਅਤੇ ਸਾਰੀ ਡਿਟੇਲ ਬਣਾ ਲੈਂਦਾ ਸੀ ਅਤੇ ਉਹਨਾਂ ਨੂੰ ਭੇਜ ਦਿੰਦਾ। ਮੈਂ ਇਹ ਸਭ ਤੁਹਾਡੇ ਲਈ ਕੀਤਾ ਹੈ ਤਾਂ ਜੋ ਤੁਹਾਡੇ ਰੋਣ ਵਿੱਚ ਕੋਈ ਬੁਰਾਈ ਨਾ ਰਹੇ ਅਤੇ ਤੁਹਾਨੂੰ ਮੇਰੀ ਸਜ਼ਾ ਨਾ ਮਿਲੇ। ਸ਼ਿਵਾਨੀ, ਮੈਂ ਮਰ ਜਾਵਾਂਗਾ ਜੇ ਤੂੰ ਮੇਰੇ ਤੋਂ ਦੂਰ ਹੋ ਗਈ ਅਤੇ ਉਹ ਮੇਰੇ ਪੈਰੀ ਪੈ ਗਿਆ। ਮੈਂ ਉਸ ਨੂੰ ਝਟਕਾ ਦਿੰਦੇ ਹੋਏ ਕਿਹਾ, ਰੋਹਨ, ਮੈਨੂੰ ਤੇਰੇ ਤੇ ਵਿਸ਼ਵਾਸ ਹੈ। ਤੇਰਾ ਟਿਕਾਣਾ ਮੇਰੇ ਪੈਰਾਂ ਵਿੱਚ ਨਹੀਂ, ਮੇਰੇ ਦਿਲ ਵਿੱਚ ਹੈ। ਮੈਂ ਹੀ ਉਹਦੇ ਕੋਲ ਬੈਠ ਗਈ। ਉਹ ਮੇਰੇ ਵੱਲ ਦੇਖ ਰਿਹਾ ਸੀ। ਉਹ ਕਾਫੀ ਦੇਰ ਤੱਕ ਮੇਰੇ ਤੋਂ ਮਾफ़ੀ ਮੰਗਦਾ ਰਿਹਾ ਤੇ ਮੈਂ ਕਿਹਾ, ਮੇਰੀ ਇੱਕ ਸ਼ਰਤ ਹੈ। ਉਹ ਹੈਰਾਨੀ ਨਾਲ ਪੁੱਛਣ ਲੱਗਾ, ਕੀ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਹਨ? ਹਾਂ ਸ਼ਿਵਾਨੀ, ਮੈਂ ਸਭ ਕੁਝ ਵਾਪਸ ਕਰ ਦਿੱਤਾ। ਫਿਰ ਤੁਸੀਂ ਉਸ ਦੀਆਂ ਤਸਵੀਰਾਂ ਕਿਉਂ ਰੱਖੀਆਂ? ਜਦੋਂ ਮੈਂ ਗੁੱਸੇ ਨਾਲ ਇਹ ਕਿਹਾ ਤਾਂ ਰੋਹਨ ਨੇ ਆਪਣਾ ਹਾਸਾ ਦਬਾਇਆ ਅਤੇ ਉਹਨਾਂ ਤਸਵੀਰਾਂ ਨੂੰ ਟੁਕੜੇ-ਟੁਕੜੇ ਕਰਕੇ ਡਸਟਬਿਨ ਵਿੱਚ ਸੁੱਟ ਦਿੱਤੇ ਅਤੇ ਮੈਂ ਹੱਸਣ ਲੱਗੀ। ਮੈਂ ਰੋਹਨ ਨੂੰ ਗਵਾਉਣਾ ਬਾਰੇ ਸੋਚ ਵੀ ਨਹੀਂ ਸਕਦੀ ਸੀ ਅਤੇ ਹੁਣ ਜਦੋਂ ਉਹ ਸਿਰਫ ਮੇਰਾ ਸੀ ਤਾਂ ਮੈਂ ਪੁਰਾਣੀਆਂ ਗੱਲਾਂ ਨੂੰ ਕਿਉਂ ਯਾਦ ਰੱਖਦੀ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਇਓ। ਧੰਨਵਾਦ।